इसके सगे भाई ने इसी की इज्जत लूट ली। मेरे भरावां दी कुल्ली वसोंदी ते मेरा भरा मैं अपनी जाड़ के बैठी। ना रो मेरी बहन, तू ना रो। अस्सलाम वालेकुम नाज़रीन, मैं हूं आपके साथ आका मेज़बान नईम भट्टी और आप देख रहे हैं लाहौर 42। नाज़रीन, आज की जो स्टोरी आपके सामने मैं रखने जा रहा हूं, यकीन करें इसको सुनने के बाद आपके रोंगटे खड़े हो जाएंगे और आप सोचने पर मजबूर हो जाएंगे कि क्या आज के दौर में ऐसा भी मुमकिन है। ये जो मेरे साथ आपको मेरी बहन नज़र आ रही है, इसके सगे भाई ने इसी की इज़्ज़त लूट ली और उसके बाद इसी को घर से निकाल दिया। शोहर भी तलाक दे चुका हुआ है, 4 बच्चे भी हैं इसके। अब ये मेरी बहन रोडों पर है, धक्के खा रही है। आखिर वजह क्या बनी, सारी कहानी इन्हीं की ज़ुबानी जानते हैं। अस्सलाम वालेकुम। वालेकुम की नाम मेरी बहन दा? कलसूम। मेरी भैन ਨੂੰ ਗੱਲ ਦੱਸ ਕਿ ਭੈਣਾਂ ਨੂੰ ਤੇ ਭਰਾਵਾਂ ਤੇ ਬੜਾ ਮਾਣ ਹੁੰਦਾ ਹੈ ਕਿ ਉਹ ਸਾਡੀ ਇੱਜ਼ਤ ਦੇ ਮੁਹਾਫਿਜ਼ ਨੇ, ਤੇ ਤੁਹਾਡੇ ਭਰਾ ਨੇ ਤੁਹਾਡੀ ਹੀ ਇੱਜ਼ਤ ਲੁੱਟ ਲਈ। ਕੀ ਵਜ੍ਹਾ ਬਣੀ ਸੀ ਤੇ ਕਿਸ ਤਰ੍ਹਾਂ ਵਾਕਿਆ ਪੇਸ਼ ਆਇਆ? मेरा वीर मेरे भरावां ने हालांकि मैंने अपने हत्थीं ਵਿਆਹਿਆ ਹੋਇਆ ਸੀ। मेरे 4 बच्चे ने। मेरे भरा इस चीज़ ਨੂੰ ਜਾਣਦਿਆਂ ਹੋਇਆ ਵੀ ਮੇਰੇ ਤੇ ਮੇਰੇ ਮੀਆਂ ਸਵਈ ਜ਼ਰਾ ਮੂੰਹ ਮਾਰੀ ਹੋਈ। ਅੱਛਾ। ਤੇ ਮੈਂ ਆਪਣੇ ਪੇਕਿਆਂ ਦੇ ਘਰ ਆਈ ਬੈਠੀ ਸੀ। ਇਸ ਚੀਜ਼ ਨੂੰ ਜਾਣਦਾ ਹੋਇਆ ਮੇਰੇ ਭਰਾ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਠੀਕ ਹੈ। ਅੱਛਾ। ਉਦੋਂ ਮੇਰੇ ਉਸ ਭਰਾ ਦੀ ਸ਼ਾਦੀ ਨਹੀਂ ਸੀ ਹੋਈ। ਸ਼ਾਦੀ ਨਹੀਂ ਹੋਈ ਸੀ? ਨਹੀਂ। ਅੱਛਾ। ਤੇ ਵਾਲਿदैन ਕਿੱਥੇ ਸੀ ਉਸ ਟਾਈਮ? ਮੇਰੇ ਅੰਮੀ ਆਪਣੀ ਭੈਣਾਂ ਕੋਲ ਗਏ ਹੋਏ ਸੀ। ਘਰ 'ਚ ਕੌਣ ਸੀ? ਘਰ 'ਚ ਮੈਂ ਸਾਈਆਂ ਮੇਰਾ ਭਾਈ ਸਨ। ਅੱਛਾ। ਫਿਰ ਮੈਨੂੰ ਨਹੀਂ ਪਤਾ ਕਿ ਮੇਰੇ ਭਰਾ ਦੇ ਬੈਠੇ ਦਿਮਾਗ 'ਚ ਕੀ ਸ਼ੈਤਾਨ ਹਾਜ਼ਰ ਹੋਇਆ ਕੀ ਨਹੀਂ ਹੋਇਆ। ਮੇਰੇ ਭਰਾ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਇਸ ਚੀਜ਼ ਨੂੰ ਜਾਣਦਾ ਵੀ ਕਿ ਸਾਡੀ ਭੈਣ ਆਖਰ ਵਿਆਹੀ ਵਰੀ ਹੈ, ਇਹਦਾ ਬਾਲ ਬੱਚਾ ਹੈਗਾ, ਇਹਦੇ ਮੀਆਂ ਨੂੰ ਪਤਾ ਲੱਗੇਗਾ ਤਾਂ ਇਹਦੇ ਮੀਆਂ ਤਲਾਕ ਦੇ ਦੇਗਾ ਇਹਨੂੰ। ਤੇ ਉਹੀ ਗੱਲ ਹੋਈ ਹੈ। ਜਿਵੇਂ ਮੇਰੇ ਮੀਆਂ ਨੂੰ ਪਤਾ ਲੱਗਿਆ, ਮੇਰੇ ਮੀਆਂ ਨੇ ਮੇਰੇ ਕੋਲ ਬੱਚੇ ਵੀ ਮੇਰੇ ਕੋਲ ਲਏ, ਮੈਂ ਤਲਾਕ ਵੀ ਦੇ ਗਿਆ। ਤੇ ਮੈਂ ਆਪਣੀ ਮਾਂ ਪਿੱਛੇ ਤੇ ਆਪਣੇ ਇਹਨਾਂ ਭੈਣ ਭਰਾਵਾਂ ਦੀ ਕੀਤੀ ਪਿੱਛੇ ਆਪਣਾ ਘਰ ਜਾੜ ਕੇ ਬੈਠੀ ਹਾਂ। ਮੇਰਾ ਭਰਾ ਤੇ ਉਹ ਭਰਾ ਉਹਨੂੰ ਸ਼ਰਮ ਨਹੀਂ ਆਈ ਹੈ ਕੰਮ ਕਰਦੇ ਹੋਏ ਕਿ ਮੇਰੀ ਇਹ ਭੈਣ ਹੈ ਔਰ ਸਗੀ ਭੈਣ ਹੈ, ਔਰ ਭਰਾ ਤੇ ਭੈਣਾਂ ਦੇ ਮੁਹਾਫਿਜ਼ ਹੁੰਦੇ ਨੇ, ਉਹਨਾਂ ਦੀ ਇੱਜ਼ਤਾਂ ਦੇ ਮੁਹਾਫਿਜ਼ ਹੁੰਦੇ ਨੇ, ਲੇਕਿਨ ਉਹਨੂੰ ਸ਼ਰਮ ਨਹੀਂ ਆਈ ਹੈ ਇਸ ਕਦਰ? ਮੇਰਾ ਵੀਰ ਮੇਰੇ ਇਸ ਭਰਾ ਨੂੰ ਸ਼ਰਮ ਆਉਂਦੀ। ਮੇਰਾ ਭਰਾ ਸੋਚ ਰੱਖਦਾ ਤੇ ਮੇਰਾ ਭਰਾ ਮੇਰੀ ਇੱਜ਼ਤ ਨੂੰ ਹੱਥ ਹੀ ਨਾ ਪਾਉਂਦਾ। ਜ਼ਿਆਦਤੀ ਕੀਤੀ ਉਹਨੇ? ਜ਼ਿਆਦਤੀ ਕੀਤੀ ਹੈ। ਅੱਛਾ। ਮਨਾ ਨਹੀਂ ਕੀਤਾ ਉਹਨੂੰ ਕਿ ਮੈਂ ਤੇਰੀ ਭੈਣ ਹਾਂ? ਮੇਰਾ ਵੀਰ ਮੈਂ ਤਾਂ ਬੜਾ ਮਨਾ ਕੀਤਾ। ਜਦੋਂ ਸ਼ੈਤਾਨ ਇਨਸਾਨ ਦੀ ਕੰਨੀ ਚੜਿਆ ਹੋਵੇ ਤਾਂ ਫਿਰ ਕੋਨੀ ਕੋ ਬਿੰਦਾ। ਫਿਰ ਸ਼ੋਹਰ ਨੇ ਕਿਉਂ ਛੱਡ ਦਿੱਤਾ? ਜ਼ਾਹਰ ਦੀ ਗੱਲ ਹੈ, ਜਿਸ ਇਨਸਾਨ ਦੇ ਘਰ ਦੀ ਉਹਦਾ ਹੀ ਭਰਾ ਉਹਦੀ ਇੱਜ਼ਤ ਨੂੰ ਹੱਥ ਪਾਉਣ ਆਪਣੀ ਭੈਣ ਦੀ, ਤੇ ਉਸ ਬੰਦੇ ਨੇ ਮੈਨੂੰ ਕਿੱਥੋਂ ਰੱਖਣਾ ਸੀ? ਉਹਨਾਂ ਦਾ ਮੈਨੂੰ ਤਲਾਕ ਦੇ ਕਾਗਜ਼ ਦੇਣੇ ਹੀ ਦੇਣੇ ਸਨ। ਆਪਣੇ ਬੱਚੇ ਵੀ ਲਿਖਵਾ ਲਏ ਉਹਨੇ ਮੇਰੇ ਕੋਲ, ਖੋਹ ਲਿਆ ਸਨ। ਬੱਚੇ ਵੀ ਖੋਹ ਲਏ ਨੇ? ਕਿੰਨੇ? 4 ਬੱਚੇ ਨੇ? ਕਿੰਨੇ ਬੇਟੇ ਨੇ ਤੇ ਕਿੰਨੀਆਂ ਬੇਟੀਆਂ ਨੇ? 3 ਧੀਆਂ ਸਨ, 1 ਪੁੱਤਰ ਸੀ। ਵੱਡੀਆਂ ਤਾਂ ਮੈਂ ਕੁੜੀਆਂ ਲਿਖ ਕੇ ਦੇਤੀਆਂ, ਛੋਟੇ ਕੁੜੀ ਦਾ ਮੁੰਡਾ ਮੇਰੇ ਮਰ ਗਏ ਸੀ, ਫੌਤ ਹੋ ਗਏ ਸੀ। ਹਾਂ। ਬੇਟੀਆਂ ਉਹਦੇ ਕੋਲ ਨੇ ਹੁਣ? ਹਾਂਜੀ। ਅੱਛਾ। ਮੈਂ ਮੇਰਾ ਵੀਰ ਜਦੋਂ ਆਪਣੇ ਬੱਚੇ ਲੈ ਕੇ ਦਿੱਤੇ ਉਸ ਤੋਂ ਬਾਅਦ ਮੈਂ ਪਰਤ ਆਪਣੀ ਮਾਂ ਦਾ ਭੈਣ ਭਰਾਵਾਂ ਦਾ ਪਰਤ ਮੂੰਹ ਹੀ ਨਹੀਂ ਵੇਖਿਆ। ਮਰ ਗਏ ਨੇ, ਜੀਂਦੇ ਨੇ, ਮੈਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ। ਫਿਰ ਰੋਡਾਂ 'ਤੇ ਆ ਗਏ? ਹਾਂਜੀ। ਰੋਡਾਂ 'ਤੇ ਜ਼ਿੰਦਗੀ ਤਾਂ ਨਹੀਂ ਅੱਛੀ ਹੈ ਨਾ ਮੇਰੀ ਭੈਣ? ਜ਼ਿੰਦਗੀ ਮੇਰਾ ਵੀਰ ਬਾਹਰ ਚੰਗੀ ਤਾਂ ਨਹੀਂ ਹੈ ਜਿਵੇਂ ਅਸੀਂ ਰਹਿ ਰਹੇ ਹਾਂ, ਲੇਕਿਨ ਫਿਰ ਵੀ ਸ਼ੁਕਰ ਉਸ ਰੱਬ ਦੀ ਜ਼ਾਤ ਦਾ ਲੱਖ ਲੱਖ ਵਾਰ ਜਿਹੜੇ ਹਾਲ 'ਚ ਹਿਸਾਬ ਨੇ ਰੱਖਿਆ ਮੇਰਾ ਭਰਾ। ਨਹੀਂ ਤੇ ਬਾਹਰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਪਏ ਹੋ? ਮਾਹੌਲ ਤੇ ਅੱਛਾ ਨਹੀਂ ਹੈ। ਇੱਥੇ ਤੇ ਦਰਿੰਦੇ ਨੇ, ਬਾਹਰ ਤੇ ਦਰਿੰਦੇ ਨੇ। ਮੇਰਾ ਵੀਰ ਮਾਹੌਲ 'ਚ ਤੁਸੀਂ ਰਹਿ ਰਹੇ ਹੋ, ਮੰਗ ਕੇ ਆਪਣਾ ਗੁਜ਼ਾਰਾ ਕਰ ਰਹੇ, ਫਿਰ ਹੁਣ ਕੀ ਕਰੀਏ? ਕੋਈ ਸ਼ਨਾਖਤ ਹੋਵੇ ਮੇਰੇ ਕੋਲ ਤਾਂ ਮੈਂ ਕਿਸੇ ਦੇ ਘਰ ਦਾ ਕੰਮ ਕਰ ਲਵਾਂ ਜਾਂ ਕਿਸੇ ਨੂੰ ਕਹਿ ਕੇ ਬਈ ਕਿਸੇ ਦੀ ਕੋਠੀ 'ਚ ਨੌਕਰੀ ਕਰ ਲਵਾਂ। ਮੇਰੇ ਕੋਲ ਸ਼ਨਾਖਤ ਨਹੀਂ ਜਦੋਂ ਹੈਗੀ, ਤਾਂ ਮੇਰਾ ਭਰਾ ਮੈਂ ਤਾਂ ਬਾਹਰ ਜ਼ਾਹਰ ਦੀ ਗੱਲ ਲੋਕਾਂ ਕੋਲ ਤਲੀ ਕਰਕੇ ਹੀ ਆਪਣਾ ਖਰਚਾ ਪੂਰਾ ਕਰਨਾ ਹੈ। ਹੁਣ ਮੰਗ ਕੇ ਗੁਜ਼ਾਰਾ ਕਰਦੇ ਹੋ? ਹਾਂ। ਤੇ ਕੋਈ ਸ਼ਾਦੀ ਕਰ ਲਓ ਨਾ ਮੇਰੀ ਭੈਣ। ਵਾਲਦਾ ਨੇ ਕਦੀ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਕਿ ਮੇਰੀ ਧੀ ਕਿੱਥੇ, ਮੈਂ ਉਹਨੂੰ ਘਰ ਲੈ ਕੇ ਆਵਾਂ? ਨਹੀਂ। ਹੈ ਭਰਾਵਾਂ ਨੇ ਵੀ ਕਦੀ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਮੈਂ ਇੱਕ ਦਿਨ ਫੋਨ ਕੀਤਾ ਸੀ ਬਾਬਾ 10-15 ਦਿਨ ਹੋ ਗਏ ਨੇ ਇਸ ਗੱਲ ਨੂੰ, ਤੇ ਸਾਰਿਆਂ ਤੋਂ ਨਿੱਕੇ ਭਾਈ ਦਾ ਨੰਬਰ ਤੇ ਮੇਰਾ ਭਰਾ। ਕਿਹੜੇ ਭਾਈ ਦਾ? ਮੇਰੇ ਸਾਰਿਆਂ ਤੋਂ ਨਿੱਕੇ ਭਾਈ ਦਾ ਨਾਮ ਦਨਾਨ। ਅੱਛਾ। ਉਹਦੇ ਨੰਬਰ ਤੇ ਫੋਨ ਕੀਤਾ ਉਹਨੂੰ। ਮੈਂ ਕਿਹਾ ਮੈਂ ਕਿ ਦਨਾਨ ਅੰਮੀ ਨਾਲ ਗੱਲ ਕਰਵਾਓ। ਕਹਿਣ ਲੱਗਾ ਮੇਰਾ ਭਰਾ ਹੀ ਮੈਨੂੰ ਕਹਿਣ ਲੱਗਾ ਮੇਰਾ ਰਲ ਜੰਮਿਆ ਮੇਰਾ ਖੂਨ। ਕਹਿ ਰਿਹਾ ਨਹੀਂ ਸਾਡੀ ਮਾਂ ਨੇ 5 ਪੁੱਤਰ ਦੁਨੀਆ ਤੇ ਲਿਆਂਦੇ, 6ਵੀਂ ਧੀ ਉਹਦੀ ਕੋਈ ਵੀ ਨਹੀਂ ਹੈਗੀ, ਸਿਰਫ ਉਹਦੇ 5 ਪੁੱਤਰ ਹੀ ਹੈਗੇ। 5 ਭਰਾਵਾਂ ਦੀ ਤੂੰ ਇਕੱਲੀ ਇਕਲੌਤੀ ਭੈਣ ਹੈ? ਹਾਂ। ਓਏ ਹੋਏ ਹੋਏ। ਕੀ ਗੁਜ਼ਰੀ ਉਸ ਟਾਈਮ ਜਿਸ ਟਾਈਮ ਉਹਨੇ ਗੱਲ ਕੀਤੀ?
ਹਾਲਾਂਕਿ ਮੇਰੇ ਭਰਾਵਾਂ ਨੇ ਮੇਰੇ ਨਾਲ ਕੀ ਕੁਝ ਨਹੀਂ ਕੀਤਾ। ਮੈਂ ਆਪਣੇ ਬੱਚੇ ਲਿਖ ਕੇ ਦੇ ਦਿੱਤੇ, ਮੈਂ ਆਪਣਾ ਮਾਂ ਪਿਓ ਦਾ ਘਰ ਝਾੜ ਬੈਠੀ, ਆਪਣਾ ਘਰ ਝਾੜਿਆ, ਆਪਣਾ ਕਬੀਲਾ ਝਾੜ ਦਿੱਤਾ। ਇੱਥੇ ਤੱਕ ਬਾਹਰ ਲੋਕਾਂ ਦੇ ਕੱਲੇ ਬੰਦੇ ਦੇ ਮੂੰਹ ਅੱਗੇ ਆ ਗਈ ਹਾਂ ਮੈਂ। ਤੇ ਹਾਲਾਂਕਿ ਮੈਂ ਬਾਹਰ ਕਰਦੀ ਵੀ ਕੁਝ ਨਹੀਂ ਪਈ, ਤੇ ਫਿਰ ਵੀ ਕੱਲੇ ਬੰਦੇ ਦੇ ਮੂੰਹ ਅੱਗੇ ਆਈਆਂ, ਲੈ ਕਮਿਆਰੀ ਐ ਇੰਝ ਕਰਨ ਦੀ, ਕਲਸੂਮ ਐ ਕਰਦੀ। ਕਲਸੂਮ ਕੀ ਕਰਨ ਦੀ ਹੈ ਬਾਹਰ? ਵੇਖਣ ਵਾਲੇ ਮੈਨੂੰ ਦੱਸਣ ਤਾਂ ਸਹੀ, ਕਲਸੂਮ ਨੂੰ ਕਿੰਨੇ ਵੇਖਿਆ ਵੇ? ਕਿਸੇ ਦੇ ਨਾਲ ਜਾਂਦਿਆਂ ਵੇਖਿਆ, ਜਾਂ ਕਿਸੇ ਨੂੰ ਹੱਥ ਪਾਉਂਦਿਆਂ ਵੇਖਿਆ, ਜਾਂ ਕਿਸੇ ਦੇ ਥੱਲੇ ਪੈਂਦਿਆਂ ਵੇਖਿਆ। ਤੇ ਮੇਰਾ ਭਰਾ ਬਾਹਰ ਵੇਖਣ ਵਾਲੇ ਤਾਂ ਵੀ ਗੱਲ ਕਰਨ ਮੈਨੂੰ। ਮੇਰਾ ਭਰਾ ਹੀ ਮੈਨੂੰ ਕਹਿਣ ਲੱਗਾ, ਮੇਰਾ ਰਲ ਜੰਮਿਆ, ਮੇਰਾ ਖੂਨ। ਕਹਿ ਰਿਹਾ ਨਹੀਂ, ਸਾਡੀ ਮਾਂ ਨੇ 5 ਪੁੱਤਰ ਦੁਨੀਆ 'ਤੇ ਲਿਆਂਦੇ, 6ਵੀਂ ਧੀ ਉਹਦੀ ਕੋਈ ਵੀ ਨਹੀਂ ਹੈਗੀ, ਸਿਰਫ ਉਹਦੇ 5 ਪੁੱਤਰ ਹੀ ਹੈਗੇ। ਇੱਥੇ ਲੋਕ ਤੰਗ ਨਹੀਂ ਕਰਦੇ? ਇੱਥੇ ਲੋਕ ਛੇੜਦੇ ਵੀ ਤੇ ਹੋਣੇ ਨੇ ਨਾ, ਇਹੋ ਜਿਹੇ ਲੋਕ ਤੇ ਹੈ ਹੀ ਨੇ। ਮੇਰਾ ਵੀਰ ਕਈ ਆਉਂਦੇ ਨੇ ਇਹੋ ਜਿਹੇ, ਕੀ ਕਹਿੰਦੇ ਨੇ? ਲੇਕਿਨ ਸ਼ੁਕਰ ਹੈ ਅੱਲਾ ਦਾ, ਅਸੀਂ ਆਪ ਕੀ ਕਹਿੰਦੇ ਨੇ ਆ ਕੇ ਕੀ ਕਹਿੰਦੇ ਨੇ? ਅਗਲਾ ਕਹਿੰਦਾ ਨਹੀਂ ਕੰਮ ਕਰਨਾ ਜਾਂ ਰੁਪਈਆ ਫੜ ਲੈ, ਸਾਡੇ ਨਾਲ ਟੁਰ ਪੈ। ਤੇ ਕਿੰਨੀ ਕੁ ਦਫਾ ਵਾਕਿਆ ਹੋਇਆ? ਮੈਂ ਅੱਗੇ ਵੀ 3 ਸਾਲ ਮੇਰਾ ਭਰਾ ਰਹਿ ਗਈਆਂ, ਬੜੀ ਵਾਰੀ ਲੋਕਾਂ ਦੇ ਮੂੰਹ ਸੁਣੀਆਂ, ਲੇਕਿਨ ਫਿਰ ਵੀ ਤੰਗ ਕਰਦੇ ਨੇ ਆ ਕਿ ਪੈਸੇ ਲੈ ਲੈ, ਕਰੀ ਜਾ, ਪੈਸੇ ਲੈ ਲੈ, ਗਲਤ ਕੰਮ ਕਰ। ਐਵੇਂ ਬੱਚਿਆਂ ਦੀ ਕਦੀ ਯਾਦ ਨਹੀਂ ਆਈ? ਮੇਰਾ ਵੀਰ, ਮੈਂ ਤੈਨੂੰ ਅੱਗੇ ਵੀ ਦੱਸਿਆ ਕਿ ਮੈਂ 2 ਦਿਨ ਆਪਣੇ ਸ਼ਹਿਰ 'ਚ ਰਹਿ ਕੇ ਆਈ ਹਾਂ। 2 ਦਿਨ। ਕਿਹੜਾ ਸ਼ਹਿਰ ਹੈ? ਸ਼ਹਿਰ ਗੁਜਰਾਂਵਾਲਾ। ਅੱਛਾ। ਅੱਜ ਤੀਸਰੇ ਦਿਨ ਵਾਪਸ ਆਈ ਹਾਂ ਮੈਂ ਉੱਧਰੋਂ। ਤਾਂ ਸਰ ਰੱਬ ਅੱਗੇ ਇੱਕੋ ਹੀ ਰੋਕ ਦੁਆ ਕੀਤੀ ਕਿ ਰੱਬਾ ਸੋਨਾ ਵੇਖ ਮਾਲਕਾ, ਮੇਰੇ ਮੁਕੱਦਰ ਕਿਹੋ ਜਿਹੇ ਲਿਖੇ ਸੋਨਾ ਰੱਬਾ ਤੂੰ। ਮੇਰੇ 5 ਭਰਾ ਤੇ 6ਵੀਂ ਮੇਰੀ ਮਾਂ, ਉਹ 6ਵੇਂ ਮਾਂ ਪੁੱਤਰ ਆਪਣੇ ਕੁੱਲੇ ਵਸਾ ਕੇ ਬੈਠੇ ਹੁੰਦੇ। ਅੱਜ ਮੇਰਾ ਵੀਰ, ਮੈਨੂੰ 7 ਸਾਲ 8 ਮਹੀਨੇ ਹੋ ਗਏ ਮੇਰਾ ਭਰਾ, ਮੈਂ ਬਾਹਰ ਦਰ ਦੀ ਠੁਕਰਾਂ ਦਰ ਧੱਕਿਆਂ ਤੇ ਆਈ। ਮੇਰੇ ਭਰਾਵਾਂ ਦੀ ਕੁੱਲੀ ਵਸਾਉਂਦੀ ਤੇ ਮੇਰਾ ਭਰਾ ਮੈਂ ਆਪਣੀ ਜਾੜ ਕੇ बैठी। ना रो मेरी बहन, तू ना रो। नाज़रीन ये देखें कि ज़ाहिरी बात है, जिस पे गुज़रती है ना, जिस तन को लगती है ना, वो तन ही जानता है। यानी कि जिस पे बीतती है उसका दर्द वही महसूस कर सकती है। ज़ाहिरी बात है, अब रो रही है मेरी बहन बेचारी। भाइयों के भाई ने एक तो ज़्यादती कर दी, और ये कुछ छोटी बात नहीं है कि सगा भाई जो एक ही माँ के पेट से पैदा हुए और उसी ही भाई ने इसकी इज़्ज़त को लूटा और इसके साथ जुल्म व ज़्यादती की, ज़्यादती का निशाना बनाया इसको और अपनी हवस का निशाना बनाया, और उसी के बाद इसके ही शोहर को इसके बच्चे दे दिए, इनको डिवोर्स करवा दिया। अब ये मेरी बहन रोडों पे है, रो रही है बेचारी। तुम शादी कर लो मेरी बहन। मेरा वीर जो मेरा पहला घर उजड़ गया, मैं दूजा घर वसा के की लभना में। भी तो ज़िंदगी अच्छी नहीं है ना। अब आप रो रही हो कि शादी कर लो, कि अच्छा सा कोई जीवन साथी मिल जाएगा, उसके साथ ज़िंदगी गुजारो। मेरा भरा के एक बंदे ने रखा से, मैं 3 साल उस इंसान नाल कड्ढे ने मैं। हालांकि उस इंसान ने अगे निकाह कर लिया, उन्हें जनानी की हुई है, उस जनानी के 4 बच्चे है ने। दूसरी शादी की? दूजी शादी की हुई है उस बंदे ने। ठीक है, उसी दूसरी शादी की? मैं नहीं की, मैं अजे तक हाँ जी बैठी हूँ। मैं मेरा भरा कितने भी निकाह किया। किन्ना के टाइम गुजारिया? जिस 4 बच्चे किन्ने दुरानियां दे विच जड़ा है ना, यानी कि उन्हां नाल तुसीं इन्ना टाइम स्पेंड कीता? ऐसे लाहौर शहर दे विच इसे फुटपाथ से 3 साल कड्ढे ने मेरा भरा ने। अच्छा, फुटपाथां ते भी सुते ओहदे नाल? यानी कि पूरा टाइम ओहदे नाल गुजारिया है? भी तो वेखना मेरा वीर, तानों हौसला मेरा उस रब ने मैनूं इन्ना हौसला दिता कि मैं दिन दिहाड़े उस बंदे लै के बैठे हुंदी सां। तेरे मेरे वर्गा आम इंसान तो छड़, इन्होंने मुलाजमान की जरूरत नहीं पैंती कि मुलाजम कि मैंने आके पुछ लवे कि माई ये बंदा कौन है, कित्थों आया, तेरा की लगता तो की नहीं लगता। उन्होंने अपनी बीवी ते इन्ना तमाद नहीं सी कि मेरी कलसूम इस तरीके की नहीं है। वो ਜਿਹੜੇ शोहर होंगे उन्होंने तो अपनी इज्जतां दे उत्ते अपनी बीवियां दे बड़ा मान होंदा, बड़ा भरोसा होंदा। उन्हें एक पल वास्ते भी नहीं सोचिया। मेरा वीर ਜਿਹੜਾ इंसान शुरू तो हो ही कंजर, उन्होंने कंजर कहने च शर्म नहीं आती अगले बंदे नूं। ये हालात हैं नाज़रीन कि अब रो रही है बेचारी और बता रही है कि जी इसके ही भाई ने इसके साथ ज़्यादती की है। लेकिन मुझे समझ नहीं आ रही नाज़रीन कि यकीन करें कि किस दौर से हम गुज़र रहे हैं, किस दौर से गुज़र रहे हैं, किस माहौल के अंदर रह रहे हैं जहाँ पर जो रिश्ते हैं उनको पमाल किया जा रहा है। रिश्तों का तकद्दस भूल गए हम लोग, हमें रिश्तों की पहचान ही नहीं रही। अब ये कुछ छोटी बात नहीं है कि सगे भाई ने इस अपनी ही सगी बहन को ज़्यादती का निशाना बनाया और उसको अपनी हवस का निशाना बना दिया। लेकिन ये लम्हा फ़िक्री है। अल्लाह पाक हम सब पे रहम करे, हमारे मुल्क पाकिस्तान पर रहम करे, और मैं उम्मीद करता हूँ कि अल्लाह पाक इस बहन की परेशानियाँ जो हैं, इसकी दुख तकलीफ़ें जो हैं,
उसको दूर करे और इसके लिए आसानियाँ पैदा करे। तो नाज़रीन, ये वीडियोज़ आपके साथ शेयर करना बहुत ज़रूरी था। कमेंट सेक्शन में अपनी राय से ज़रूर आगाह कीजिएगा। अपने मेज़बान नईम भट्टी को दीजिए इजाज़त और देखते रहिए लाहौर 42।